TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਆਪ ਸਭਨਾਂ ਦਾ ਨਿੱਘਾ ਸਵਾਗਤ। ਇਸ ਤੋਂ ਪਹਿਲਾਂ ਕਿ ਖਬਰਾਂ ਵੱਲ ਨੂੰ ਵਧਾਂ, ਉਹਦੇ ਤੋਂ ਪਹਿਲਾਂ ਅੱਜ ਇੱਕ ਕਰਦਿਆਂ 365ਵੀਂ ਕਿਸ਼ਤ ਤੇ ਆਪਾਂ ਰਲ ਮਿਲ ਕੇ ਆ ਗਏ ਹਾਂ। ਇਸ ਲਈ ਦਿਲ ਦੀਆਂ ਗਹਿਰਾਈਆਂ ਵਿੱਚੋਂ ਆਪ ਸਭਨਾਂ ਦਾ ਤਹਿ ਦਿਲੋਂ ਧੰਨਵਾਦ। ਮੇਰੇ ਕੋਲ ਉਹ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ, ਕਿਉਂਕਿ ਸ਼ਬਦਾਂ ਦੇ ਰਾਹੀਂ ਇਸ ਖੁਸ਼ੀ ਨੂੰ ਜਾਂ ਇਹਨਾਂ ਪਲਾਂ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਸੋ ਤੁਹਾਡਾ ਸਭਨਾਂ ਦਾ ਸਮੁੱਚੀ ਟੀਮ ਦੇ ਵੱਲੋਂ ਕੋਟ ਧੰਨਵਾਦ, ਜਿਨ੍ਹਾਂ ਨੇ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੀ ਵੱਧ ਮੁਹੱਬਤ, ਮਾਣ, ਪਿਆਰ ਤੇ ਸਤਿਕਾਰ ਬਖਸ਼ਿਆ। ਤੇ ਆਓ ਹੁਣ ਖਬਰਾਂ ਵੱਲ ਹੋਈਏ। ਬੁਰਕੀਨਾ ਫਾਸੋ ਵਿੱਚ ਹਮਲਾਵਰਾਂ ਨੇ 100 ਲੋਕਾਂ ਦੀ ਕੀਤੀ ਹੱਤਿਆ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਜੱਜ ਨੇ ਹਥਿਆਰਾਂ ਤੇ ਲੱਗੀ ਪਾਬੰਦੀ ਚੁੱਕੀ। ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੰਮ੍ਰਿਤਸਰ ਵਿੱਚ 6000 ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ। ਸਾਕਾ ਨੀਲਾ ਤਾਰਾ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਗਾਇਬ ਕੀਮਤੀ ਦਸਤਾਵੇਜ਼ਾਂ ਬਾਰੇ ਅਸਪਸ਼ਟਤਾ ਹਾਲੇ ਵੀ ਬਰਕਰਾਰ। ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ। ਆਪ ਦੇ 3 ਵਿਧਾਇਕਾਂ ਸਮੇਤ ਲਗਭਗ 150 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਅਤੇ ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ। ਦੋਸਤੋ, ਇਹ ਕੁਝ ਖਬਰਾਂ ਰਹਿਣਗੀਆਂ ਜਿਨ੍ਹਾਂ ਨੂੰ ਆਧਾਰ ਬਣਾਇਆ ਜਾਏਗਾ ਤੇ ਟਿੱਪਣੀਆਂ ਵਿਸਥਾਰ ਤੁਹਾਡੇ ਰੂਬਰੂ ਕੀਤਾ ਜਾਏਗਾ। ਇੱਕ ਵਾਰੀ ਫੇਰ 365ਵੀਂ ਕਿਸ਼ਤ ਦੇ ਉੱਤੇ ਤੁਹਾਡਾ ਸਭਨਾਂ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਬੇਨਤੀ ਕਰਦਾ ਹਾਂ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਪਰਿਵਾਰ ਦੇ ਮੈਂਬਰ ਨਹੀਂ ਬਣੇ, ਤੁਸੀਂ ਹਾਲੇ ਤੱਕ ਭਾਵ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਪ੍ਰੋਗਰਾਮ ਦਾ ਇਹ ਪਹਿਲਾ ਹਿੱਸਾ ਕਰਾਂ। ਈਰਾਨ ਦੇ ਮਹਾਨ ਸੂਫੀ ਸੰਤ ਹੋਏ ਨੇ ਸ਼ੇਖ ਸਾਦੀ। ਉਹਨਾਂ ਨੇ ਰੱਬ ਨੂੰ ਆਖਿਆ ਸੀ ਕਿ ਮੈਂ ਜੱਗ ਤੇ ਸਾਰੇ ਦੁੱਖ ਕਲੇਸ਼ ਆਪਣੀ ਝੋਲੀ ਵਿੱਚ ਪਵਾ ਲਵਾਂਗਾ, ਪਰ ਇੱਕ ਦੁੱਖ ਨਾ ਰੱਬਾ ਮੈਨੂੰ ਦੇਵੀਂ। ਮੈਨੂੰ ਇਹ ਦੁੱਖ ਹਰਗਿਜ਼ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਉਹ ਕਹਿੰਦੇ ਜੇਕਰ ਸਾਰੇ ਦੁੱਖ ਕਲੇਸ਼ ਕਸ਼ਟ ਰੱਬਾ ਤੂੰ ਮੈਨੂੰ ਦੇਵੀ ਦੇਵੇਂ ਤਾਂ ਮੈਨੂੰ ਰੰਚਕ ਮਾਤਰ ਵੀ ਕੋਈ ਇਸ ਤਰ੍ਹਾਂ ਦਾ ਦੁੱਖ ਮਹਿਸੂਸ ਨਹੀਂ ਹੋਏਗਾ। ਇਹ ਕੋਈ ਗਲਤ ਵੀ ਨਹੀਂ ਹੋਏਗਾ ਕਿ ਤੂੰ ਮੇਰੀ ਸਾਰੀ ਦੁਨੀਆ ਦੇ ਦੁੱਖ ਦਲਿੱਦਰ ਮੇਰੀ ਝੋਲੀ ਭਰ ਦਿੱਤੇ, ਪਰ ਇੱਕ ਦੁੱਖ ਜੋ ਮੈਨੂੰ ਕਦੇ ਮਨਜ਼ੂਰ ਨਹੀਂ ਹੋਏਗਾ, ਜੇ ਤੂੰ ਮੈਨੂੰ ਉਹ ਦੇ ਦਿੱਤਾ ਤਾਂ ਹੋ ਸਕਦਾ ਮੈਂ ਤੇਰੇ ਨਾਲ ਗਿਲਾ ਕਰਾਂ, ਮੈਂ ਬੜਾ ਦੁਖੀ ਹੋਵਾਂ। ਅੱਜ ਮੈਂ ਤੇਰੀ ਇਬਾਦਤ ਕਰਦਾ ਹਾਂ, ਹੋ ਸਕਦਾ ਕੱਲ੍ਹ ਨੂੰ ਮੈਨੂੰ ਤੇਰੇ ਤੇ ਗਿਲਾ ਹੋਵੇ ਅਤੇ ਇਹ ਦੁੱਖ ਮੈਨੂੰ ਸਤਾਵੇਗਾ ਵੀ। ਤੇ ਅੱਗੋਂ ਰੱਬ ਨੇ ਫਿਰ ਪੁੱਛਿਆ ਕਿ ਉਹ ਕਿਹੜੀ ਗੱਲ ਹੈ ਜਿਹੜੀ ਭਰਾਵਾ ਤੈਨੂੰ ਮਨਜ਼ੂਰ ਨਹੀਂ? ਤਾਂ ਉਹਨਾਂ ਨੇ ਆਖਿਆ ਕਿ ਇਹ ਤਾਂ ਦੱਸ ਕਿ ਤੈਨੂੰ ਇਸ ਤਰ੍ਹਾਂ ਦੀ ਕਿਹੜੀ ਚੀਜ਼, ਕਿਹੜੀ ਗੱਲ ਜਿਹਦੇ ਤੋਂ ਇੰਨੀ ਨਫ਼ਰਤ, ਇੰਨਾ ਗਿਲਾ? ਤਾਂ ਸ਼ੇਖ ਸਾਦੀ ਕਹਿੰਦੇ ਨੇ, ਹੇ ਅੱਲਾਹ ਤਾਲਾ, ਮੈਨੂੰ ਸਾਰੇ ਦੁੱਖ ਮਨਜ਼ੂਰ ਨੇ, ਪਰ ਬੇਕਦਰੇ ਬੰਦੇ ਦਾ ਮੁਹਤਾਜ ਨਾ ਬਣਾਈ। ਮੈਨੂੰ ਉਸ ਬੰਦੇ ਦੇ ਕਦੇ ਅਧੀਨ ਨਾ ਕਰੀ ਜਿਹੜਾ ਬੰਦਾ ਸੱਚ ਨੂੰ ਸੱਚ ਅਤੇ ਝੂਠ ਦੀ ਤਰਫਦਾਰੀ ਕਰਨ ਵਾਲਾ ਹੋਵੇ, ਸੱਚ ਨੂੰ ਸੱਚ ਕਹਿਣ ਵਾਲਾ ਨਾ ਹੋਵੇ। ਹੁਣ ਤੁਸੀਂ ਇਹ ਦੇਖੋ ਕਿ ਕੌਮਾਂ ਕੀ ਹੁੰਦੀਆਂ ਨੇ, ਅਣਖ ਕੀ ਹੁੰਦੀ ਹੈ, ਕੌਮਾਂ ਦਾ ਇਤਿਹਾਸ ਕੀ ਹੁੰਦਾ ਹੈ, ਕੁਰਬਾਨੀ ਕੀ ਹੁੰਦੀ ਹੈ, ਮਰੀ ਹੋਈ ਜ਼ਮੀਰ ਕੀ ਹੁੰਦੀ ਹੈ। ਬੇਕਦਰੇ ਜਾਂ ਨਾਸ਼ੁਕਰੇ ਬੰਦੇ ਦੀ ਅਧੀਨਗੀ ਮਨਜ਼ੂਰ ਨਹੀਂ ਸੀ ਸ਼ੇਖ ਸਾਦੀ ਸਾਹਿਬ ਨੂੰ। ਇੱਥੋਂ ਤੁਸੀਂ ਅਹਿਸਾਸ ਕਰ ਸਕਦੇ ਹੋ ਕਿ ਇਹ ਕਿੱਡੀ ਵੱਡੀ ਗੱਲ ਤੇ ਕਿੱਡਾ ਵੱਡਾ ਦੁੱਖ ਹੋ ਸਕਦਾ ਹੈ। ਇਹ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਲਾਮੀ ਬਹੁਤ ਵੱਡੀ ਪੀੜਾ ਹੈ, ਮੁਰਦਿਆਂ ਵਰਗੀ ਜ਼ਿੰਦਗੀ ਜਿਉਣਾ ਹੈ, ਇਹ ਵੱਡਾ ਕਸ਼ਟ ਹੈ। ਪਰ ਸਿੱਖ ਤਵਾਰੀਖ ਦੱਸਦੀ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ, ਸਭ ਤੋਂ ਵੱਧ ਸਿਰ ਦਿੱਤੇ ਸਿੱਖਾਂ ਨੇ, ਫਾਂਸੀਆਂ ਦੇ ਫੰਦੇ, ਫਾਂਸੀਆਂ ਦੇ ਰੱਸੇ ਚੁੰਮੇ ਸਿੱਖਾਂ ਨੇ, ਕਾਲੇ ਪਾਣੀਆਂ ਦੀਆਂ ਜ਼ਹਿਮਤ ਭਰੀਆਂ ਸਜ਼ਾਵਾਂ ਦੌਰਾਨ ਭੁੱਖੇ ਪਿਆਸੇ ਤਸ਼ੱਦਦ ਦਾ ਸ਼ਿਕਾਰ ਹੋਏ, ਤੜਫ ਕੇ ਮਰੇ ਸਿੱਖ, ਅੰਗਰੇਜ਼ਾਂ ਤੋਂ ਸੀਨੇ ਦੇ ਵਿੱਚ ਸਭ ਤੋਂ ਵੱਧ ਗੋਲੀਆਂ ਖਾਧੀਆਂ ਸਿੱਖਾਂ ਨੇ। ਪਰ ਮਿਲਿਆ ਕੀ? ਦਰਬਾਰ ਸਾਹਿਬ ਤੇ ਹਮਲਾ ਕੋ ਕੇ ਮਾਰਨਾ। ਇੱਕ ਗੱਲ ਇੱਥੇ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹ ਗੀਤ ਲਿਖਿਆ ਸੀ ਡਾਕਟਰ ਮੁਹੰਮਦ ਇਕਬਾਲ ਨੇ, ਪਰ ਇਹਦੇ ਤੋਂ ਬਾਅਦ ਇੱਕ ਉਹਨਾਂ ਨੇ ਹੋਰ ਰਚਨਾ ਵੀ ਰਚੀ ਸੀ। ਉਹ ਲਿਖਦੇ ਸੀ, ये देश नहीं कोई कुआ खाई जा खाती है, मुझे इस देश को अपना वतन कहते हुए शर्म आती है। बाद विच उन्होंने आ भी लिखिया सी। क्यों लिखिया?
ਮਰਿਆਦਾ ਤੋਂ ਭਟਕੀ ਹੋਈ ਹਕੂਮਤ ਦੇ ਮੂੰਹ ਤੇ ਉਹਨਾਂ ਨੇ ਖੁਦ ਫਿਰ ਚਪੇੜ ਮਾਰੀ ਸੀ। ਸਿੱਖ ਕੌਮ ਤੇ ਹੋਏ ਅਨੇਕਾਂ ਅਕਹਿ ਤੇ ਅਸਹਿ ਤਸੀਹਿਆਂ ਦੇ ਇਤਿਹਾਸ ਨੂੰ ਵਰਕਿਆਂ ਦੇ ਵਿੱਚ ਲਿਖਿਆ ਤਾਂ ਗਿਆ, ਪਰ ਇਹਨਾਂ ਦਾ ਕੁਝ ਦਾ ਰੰਗ ਸੁਨਹਿਰੀ ਤੇ ਕੁਝ ਦਾ ਲਾਲ ਹੈ। ਜੂਨ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕਹਿਰ ਵਰਤਿਆ, ਸਿੱਖ ਕੌਮ ਨੂੰ ਘੋਰ ਨਿਰਾਸ਼ਾ ਤੇ ਬੇਚੈਨੀ ਵਿੱਚ ਡੁਬੋਇਆ, ਜਿਸ ਵਿੱਚੋਂ ਨਿਕਲਣ ਦੇ ਵਾਸਤੇ ਖਾਲਸਾਈ ਚੇਤਨਾ ਹੁਣ ਤੱਕ ਯਤਨਸ਼ੀਲ ਹੈ, ਪਰ ਨਿਕਲ ਨਹੀਂ ਸਕੀ। ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਬਚਾਉਣ ਲਈ ਇਹ ਵੀ ਸ਼ਾਇਦ ਤੁਸੀਂ ਪੜ੍ਹਿਆ ਹੋਵੇ, ਸੁਣਿਆ ਹੋਵੇ ਕਿ ਸਿੱਖੀ ਨੂੰ ਪਿਆਰ ਕਰਨ ਵਾਲੇ ਯੋਧਿਆਂ ਨੇ ਆਪਣਾ ਖੂਨ ਵਹਾ ਕੇ ਰੰਗਿਆ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਹਰ ਸਿਲ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕਿ ਸਿਰਲੱਥ ਮਰਜੀ ਬੜੇ ਸਮਾਧੀ ਲਾਈ ਅੱਜ ਵੀ ਬੈਠੇ ਹੋਣਗੇ। ਪਰਿਕਰਮਾ ਦੇ ਵਿੱਚ ਡੁੱਲਿਆ ਖੂਨ, ਲੱਗੀਆਂ ਗੋਲੀਆਂ ਵੇਖ ਕੇ ਸਿੱਖਾਂ ਦਾ ਖੂਨ ਕਿਵੇਂ ਨਾ ਖੌਲਦਾ। ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸ ਸਮੇਂ ਦੀ ਭਾਰਤ ਦੀ ਹਕੂਮਤ ਨੇ ਢਹਿ ਢੇਰੀ ਕਰ ਦਿੱਤਾ ਸੀ। ਇੱਥੇ ਹੀ ਬਸ ਨਹੀਂ, ਕਈਆਂ ਥਾਵਾਂ ਤੇ ਇਸ ਘਿਨਾਉਣੀ ਕਾਰਵਾਈ ਤੋਂ ਖੁਸ਼ੀ ਹੋ ਕੇ ਕਈਆਂ ਨੇ ਲੱਡੂ ਵੀ ਵੰਡੇ ਸੀ। ਸਾਬਕਾ ਹੈੱਡ ਗ੍ਰੰਥੀ ਗਿਆਨੀ ਚੇਤ ਸਿੰਘ ਵੱਲੋਂ ਗਿਆਨੀ ਸੰਤ ਸਿੰਘ ਮਸਕੀਨ ਨੂੰ ਇੱਕ ਚਿੱਠੀ ਲਿਖੀ ਗਈ ਸੀ, ਜਿਸ ਨੂੰ ਰਾਮ ਸਿੰਘਾਸਣ ਤੇ ਰਾਜ ਸਿੰਘਾਸਣ ਦੀ ਕਿਤਾਬ ਦੇ ਵਿੱਚ ਅੰਕਿਤ ਵੀ ਕੀਤਾ ਗਿਆ ਹੈ। ਉਹ ਲਿਖਦੇ ਨੇ ਕਿ ਸਤਿਕਾਰਯੋਗ ਮਸਕੀਨ ਸਾਹਿਬ ਜੀ, ਗੁਰੂ ਫਤਿਹ ਪ੍ਰਵਾਨ ਹੋਵੇ। ਹੁਣ ਜੂਨ ਮਹੀਨੇ ਤੋਂ ਜੋ ਕੁਝ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੋਇਆ, ਇਹ ਵੇਖਣ, ਸੁਣਨ ਅਤੇ ਲਿਖਣ ਤੋਂ ਬਾਹਰ ਹੈ। ਸ੍ਰੀ ਦਰਬਾਰ ਸਾਹਿਬ ਦੇ ਗੁੰਬਦ ਤੇ ਤਕਰੀਬਨ 350 ਗੋਲੀਆਂ ਲੱਗ ਚੁੱਕੀਆਂ ਨੇ, ਕੁਝ ਗੋਲੀਆਂ ਅੰਦਰ ਵੀ ਲੱਗੀਆਂ। ਅਫਸੋਸ, ਇੱਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 82 ਅੰਗ ਪਾੜ ਕੇ ਅੰਦਰ ਤੱਕ ਲੰਘ ਆਈ। ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ਿਆਂ ਦੇ ਵਿੱਚੋਂ ਲੰਘ ਕੇ ਗੋਲੀਆਂ ਆਰ ਪਾਰ ਹੋ ਗਈਆਂ। ਵੱਡੀ ਵੀੜ ਸਾਹਿਬ ਦੇ ਤਾਬਿਆਂ ਬੈਠੇ ਸੁਖ ਆਸਣ ਕਰ ਰਹੇ ਗਿਆਨੀ ਭਾਈ ਰਾਮ ਸਿੰਘ ਜੀ ਦੇ ਮੋਢੇ ਤੇ ਲੱਗੀ ਗੋਲੀ ਆਰ ਪਾਰ ਹੋ ਗਈ ਅਤੇ ਉਹ ਲਹੂ ਲਹਾਣ ਹੋ ਗਏ। ਭਾਈ ਅਮਰੀਕ ਸਿੰਘ ਰਾਗੀ ਕੀਰਤਨ ਕਰਕੇ ਬਾਹਰ ਨਿਕਲੇ ਸੀ ਤਾਂ ਗੋਲੀਆਂ ਨਾਲ ਉਡਾ ਦਿੱਤੇ ਗਏ। ਦਰਸ਼ਨੀ ਡਿਓੜੀ ਬੰਬਾਂ ਨਾਲ ਤਬਾਹ ਕਰ ਦਿੱਤੀ ਗਈ। ਤੋਸ਼ਾ ਖਾਨਾ ਤਬਾਹ ਹੋ ਗਿਆ। ਨਿਜ਼ਾਮ ਹੈਦਰਾਬਾਦ ਵਾਲੀ ਚਾਨਣੀ ਸੜ ਚੁੱਕੀ ਹੈ। ਹੇਠਲੇ ਕਮਰੇ ਦੇ ਵਿੱਚ ਜਿੱਥੇ ਸੋਨੇ ਚਾਂਦੀ ਦੀਆਂ ਪਾਲਕੀਆਂ ਤੇ ਅਨਮੋਲ ਚਾਨਣੀਆਂ ਰੁਮਾਲੇ ਪਏ ਸਨ, ਸਭ ਸਾੜ ਦਿੱਤੇ ਗਏ ਨੇ। ਪੰਥ ਦਾ ਅਨਮੋਲ ਖਜ਼ਾਨਾ ਰੈਫਰੈਂਸ ਲਾਇਬ੍ਰੇਰੀ ਸਮੇਤ ਸਾਰੀਆਂ ਬੀੜਾਂ ਸਮੇਤ ਭਾਈ ਗੁਰਦਾਸ ਜੀ ਵਾਲੀ ਬੀੜ ਸੜ ਚੁੱਕੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਖੰਡਰ ਬਣਾ ਦਿੱਤੀ ਗਈ ਹੈ। ਉੱਥੇ ਪਏ ਕਲਗੀਧਰ ਪਾਤਸ਼ਾਹ ਦੇ ਤੀਰ ਸਾੜ ਦਿੱਤੇ ਗਏ ਨੇ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਰਿਕਾਰਡ ਤਬਾਹ ਕਰ ਦਿੱਤਾ ਗਿਆ, ਫੂਕ ਦਿੱਤਾ ਗਿਆ। ਆਏ ਹੋਏ ਸ਼ਰਧਾਲੂਆਂ ਨੂੰ ਬਾਹਰ ਕੱਢ ਕੇ ਨੰਗਾ ਕਰਕੇ ਬਾਹਾਂ ਬੰਨ੍ਹ ਕੇ ਛਾਤੀਆਂ ਦੇ ਵਿੱਚ ਗੋਲੀਆਂ ਨਾਲ ਉਡਾ ਦਿੱਤਾ ਗਿਆ। ਜਿਹੜੇ ਬਚ ਗਏ ਉਹ ਅੰਤਾਂ ਦੀ ਗਰਮੀ ਦੇ ਵਿੱਚ ਪਾਣੀ ਤੋਂ ਬਿਨਾਂ ਸਹਿਕਦੇ ਪਾਣੀ ਕਰਦੇ ਮਰ ਗਏ। ਕੋਈ ਬੱਚਾ ਨਹੀਂ ਵੇਖਿਆ, ਔਰਤ ਨਹੀਂ ਵੇਖੀ, ਬੁੱਢਾ ਨਹੀਂ ਵੇਖਿਆ, ਜਵਾਨ ਨਹੀਂ ਦੇਖਿਆ। ਪਸ਼ੂਆਂ ਤੋਂ ਵੀ ਭੈੜਾ ਵਰਤਾਓ ਕੀਤਾ ਗਿਆ। ਗਿਆਨੀ ਸੋਹਣ ਸਿੰਘ ਜੋ ਦਰਬਾਰ ਸਾਹਿਬ ਦੇ ਗ੍ਰੰਥੀ ਸਨ, ਉਹਨਾਂ ਦੇ ਪਰਿਵਾਰ ਨੂੰ ਬਾਹਾਂ ਬੰਨ੍ਹ ਕੇ ਬੇਤਹਾਸ਼ਾ ਕੁੱਟਿਆ ਗਿਆ। ਉਹ ਪਾਣੀ ਕਹਿ ਕੇ ਵਿਲਕਦੇ ਰਹੇ, ਪਾਣੀ ਨਹੀਂ ਦਿੱਤਾ, ਮੌਤ ਦੇ ਦਿੱਤੀ। ਇਸ ਚਿੱਠੀ ਦੀ ਵਿਲਕਦੀ ਸਹਿਕਦੀ ਪੀੜਾ ਦੀ ਵਾਰਤਾ ਭਾਵੇਂ ਬਹੁਤ ਲੰਬੀ ਹੈ, ਜਿਸ ਤੋਂ ਵਿੱਚੋਂ ਕੁਝ ਅੰਸ਼ ਮੈਂ ਤੁਹਾਡੀ ਨਜ਼ਰ ਕੀਤੇ ਨੇ। ਇਸੇ ਤਰ੍ਹਾਂ ਭਾਈ ਸੁੰਦਰ ਸਿੰਘ ਹਜੂਰੀ ਰਾਗੀ ਸੀ ਸ੍ਰੀ ਦਰਬਾਰ ਸਾਹਿਬ ਦੇ। ਉਹਨਾਂ ਨੇ ਵੀ ਇੱਕ ਪੱਤਰ ਵਿੱਚ ਇਸ ਦੁਖਾਂਤ ਦੇ ਪਰਥਾਏ ਲਿਖਿਆ, ਦੁਹਾਈ ਪਾਉਂਦੇ ਹਰਫਾਂ ਦੇ ਵਿੱਚ ਲਿਖਿਆ। ਮੈਂ ਇਹ ਸਾਰੀ ਵਾਰਤਾ ਨੂੰ ਸੰਕੋਚ ਕਰਦਿਆਂ ਥੋੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ। ਉਹ ਲਿਖਦੇ ਹੈ, ਮੇਰੇ ਦੁੱਖਾਂ ਦੀ ਵਾਰਤਾ ਬਹੁਤ ਲੰਬੀ ਹੈ, ਥੋੜੀ ਇੱਕ ਜ਼ਖਮ ਦੀ ਮੈਲ ਹੀ ਕੱਟੀ ਹੈ। ਇੰਨੀ ਕੁ ਹੀ ਲਿਖੀ ਹੈ ਇਹ ਦਾਸਤਾਂ, ਬਾਕੀ ਬਹੁਤ ਜ਼ਿਆਦਾ ਛੱਡੀ ਹੈ। ਦੋਸਤੋ, ਸਾਕਾ ਨੀਲਾ ਤਾਰਾ ਦੀ ਅੱਜ ਬਰਸੀ ਦੇ ਉੱਤੇ ਸਾਰੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਮੁੜ ਕੇ ਇਸ ਤਰ੍ਹਾਂ ਦਾ ਵਰਤਾਰਾ ਦੁਨੀਆ ਦੀ ਕਿਸੇ ਵੀ ਕੋਨੇ ਤੋਂ ਸੁਣਨ ਜਾਂ ਵੇਖਣ ਨੂੰ ਨਾ ਮਿਲੇ। ਸਾਕਾ ਨੀਲਾ ਤਾਰਾ ਦੀ ਅੱਜ ਬਰਸੀ ਹੈ। ਖਬਰ ਮਿਲ ਰਹੀ ਹੈ ਕਿ 37ਵੀਂ ਬਰਸੀ ਦੇ ਉੱਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਨਾਲ ਸਿੱਝਣ ਲਈ ਪ੍ਰਸ਼ਾਸਨ ਨੇ ਸਖਤ ਬੰਦੋਬਸਤ ਕੀਤੇ ਨੇ। ਪੂਰੇ ਅੰਮ੍ਰਿਤਸਰ ਦੇ ਵਿੱਚ 6000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕਰ ਦਿੱਤੀ ਹੈ। ਮਹਿਜ਼ ਹਾਲ ਗੇਟ ਤੋਂ ਲੈ ਕੇ ਦਰਬਾਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕੁੱਲ 2300 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਦੱਸੇ ਜਾ ਰਹੇ ਨੇ। ਇਹਨਾਂ ਵਿੱਚੋਂ 300 ਤੋਂ ਵੱਧ ਸਿਵਲ ਵਰਦੀ ਵਿੱਚ ਵੀ ਹੈ, ਜੋ ਕਿ ਪਲ ਪਲ ਦੀ ਰਿਪੋਰਟ ਪੁਲਿਸ ਦੇ ਆਲਾ ਅਫਸਰਾਂ ਨੂੰ ਦੇ ਰਹੇ ਨੇ। ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ
ਸ਼ੱਕੀ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਹੁਕਮ ਵੀ ਜਾਰੀ ਕੀਤੇ ਹੈ। ਉਹਨਾਂ ਦੱਸਿਆ ਕਿ ਮਾਹੌਲ ਨੂੰ ਖਰਾਬ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ ਹੀ ਨਹੀਂ ਸਗੋਂ ਦੁਰਗਿਆਣਾ ਮੰਦਿਰ ਦੀ ਸੁਰੱਖਿਆ ਦੇ ਵੀ ਬੰਦੋਬਸਤ ਸਖਤ ਕੀਤੇ ਹੈ। ਹੋਰਨਾਂ ਜ਼ਿਲ੍ਹਿਆਂ ਤੋਂ ਬਾਹਰ ਤੋਂ ਆਉਣ ਵਾਲੇ ਸਾਰੇ ਰਸਤਿਆਂ ਤੇ ਪੁਲਿਸ ਦਾ ਸਖਤ ਪਹਿਰਾ ਕਰ ਦਿੱਤਾ ਗਿਆ ਹੈ। ਗੱਡੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਦੱਸਿਆ ਜਾ ਰਿਹਾ ਕਿ 90 ਨਾਕੇ ਲਾਏ ਗਏ ਹੈ। 100 ਤੋਂ ਵੱਧ PCR ਟੀਮਾਂ 5 ਮਿੰਟ ਦੇ ਅੰਦਰ ਅੰਦਰ ਘਟਨਾ ਵਾਲੀ ਥਾਂ ਤੇ ਪੁੱਜਣਗੀਆਂ। ਸਾਰੇ ACP, ਥਾਣਾ ਇੰਚਾਰਜ ਅਤੇ ਚੌਂਕੀ ਇੰਚਾਰਜਾਂ ਨੂੰ ਹੁਕਮ ਕੀਤੇ ਗਏ ਨੇ ਕਿ ਉਹ ਆਪਣਾ ਇਲਾਕਾ ਛੱਡ ਕੇ ਬਾਹਰ ਕਿਸੇ ਪਾਸੇ ਨਹੀਂ ਹੋ ਜਾ ਸਕਦੇ। ਹੁਣ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਕੀਮਤੀ ਦਸਤਾਵੇਜ਼ ਚੁੱਕ ਕੇ ਲੈ ਗਏ, ਕੀ ਵਾਪਸ ਕਰ ਦਿੱਤੇ, ਕੀ ਸਾੜ ਦਿੱਤੇ, ਕਿੱਥੇ ਨੇ? ਤੁਸੀਂ ਦੇਖੋ ਕਿ 37 ਵਰ੍ਹਿਆਂ ਤੋਂ ਬਾਅਦ ਵੀ ਉਹਦੀ ਅੱਜ ਵਰ੍ਹੇਗੰਢ ਮਨਾਈ ਜਾ ਰਹੀ ਹੈ, ਪਰ ਅਸਪਸ਼ਟਤਾ ਹਾਲੇ ਵੀ ਉਸੇ ਦੀ ਜਿਉਂ ਦੀ ਤਿਉਂ ਉਸੇ ਤਰ੍ਹਾਂ ਬਣੀ ਹੋਈ ਹੈ। ਕਿਉਂਕਿ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਮਹੱਤਵਪੂਰਨ ਸਿੱਖ ਲਾਇਬ੍ਰੇਰੀ ਦੇ ਵਿੱਚੋਂ ਇਹ ਜਾਣਕਾਰੀ ਸੀ ਕਿ ਫੌਜ ਬਹੁਤ ਕੁਝ ਜ਼ਬਤ ਕਰਕੇ ਲੈ ਗਈ ਸੀ। ਉਹਦੇ ਵਿੱਚ ਕੁਝ ਹੱਥ ਲਿਖਤਾਂ ਸੀ, ਕੁਝ ਹੋਰ ਚੀਜ਼ਾਂ ਵਸਤਾਂ ਸਨ। ਇਹ ਗੁੰਮ ਹੋਈਆਂ, ਵਾਪਸ ਹੋਈਆਂ ਜਾਂ ਨਹੀਂ ਹਾਲੇ ਪਤਾ ਹੀ ਨਹੀਂ। ਦੱਸਣਾ ਬਣਦਾ ਕਿ ਸਾਕਾ ਨੀਲਾ ਤਾਰਾ ਦੇ ਦੌਰਾਨ ਕੇਂਦਰੀ ਏਜੰਸੀ ਨੇ ਤਕਰੀਬਨ 4000 ਦਸਤਾਵੇਜ਼, ਉਹਨਾਂ 'ਚ ਕਿਤਾਬਾਂ ਵੀ ਨੇ, ਫਾਈਲਾਂ ਵੀ ਨੇ, ਸੋਨੇ ਚਾਂਦੀ ਦੇ ਕੀਮਤੀ ਸਿੱਕੇ ਵੀ ਨੇ, ਇਹ ਸਾਰੇ ਜ਼ਬਤ ਕਰ ਲਏ ਸੀ। ਇਹ ਵੀ ਦੱਸਿਆ ਗਿਆ ਕਿ 3 ਮਹੀਨਿਆਂ ਤੋਂ ਬਾਅਦ ਇਹ ਚੀਜ਼ਾਂ, ਇਹ ਦਸਤਾਵੇਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਗਏ। ਇੱਕ ਅੰਗਰੇਜ਼ੀ ਅਖਬਾਰ ਨੇ ਲਿਖਿਆ ਸੀ ਕਿ ਪਿਛਲੇ ਵਰ੍ਹੇ ਸਤਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਰਜ ਕੀਤੀ ਸੀ। ਇਸ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਅਨੁਰਾਗ ਸਿੰਘ ਨੇ ਦੁਰਲੱਭ ਭੰਡਾਰ ਦੀ ਰੱਖਿਆ ਕਰਨ ਲਈ SGPC ਦੀਆਂ ਕੋਸ਼ਿਸ਼ਾਂ ਤੇ ਵੀ ਕਈ ਸਵਾਲ ਚੁੱਕੇ ਸਨ। ਉਹਨਾਂ ਦਾਅਵਾ ਕੀਤਾ ਸੀ ਕਿ ਫੌਜ ਨੇ ਆਪਰੇਸ਼ਨ ਬਲੂ ਸਟਾਰ ਦੇ 3 ਮਹੀਨੇ ਬਾਅਦ ਹੀ ਇਹ ਸਾਰਾ ਸਮਾਨ ਵਾਪਸ ਕਰ ਦਿੱਤਾ ਸੀ ਅਤੇ SGPC ਦੇ ਮੈਂਬਰਾਂ ਨੇ ਇਸ ਨੂੰ 29 ਸਤੰਬਰ 1984 ਨੂੰ ਪ੍ਰਾਪਤ ਕਰ ਲਿਆ ਸੀ। ਪਰ ਹੁਣ ਲਾਇਬ੍ਰੇਰੀ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਹਾਲੇ ਵੀ ਗਾਇਬ ਨੇ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਕੁਝ ਦੁਰਲੱਭ ਚੀਜ਼ਾਂ ਵੇਚ ਦਿੱਤੀਆਂ ਗਈਆਂ। ਸ਼੍ਰੋਮਣੀ ਕਮੇਟੀ ਇਹ ਗੁੰਮੀਆਂ ਹੋਈਆਂ ਸਾਰੀਆਂ ਚੀਜ਼ਾਂ ਦਾ ਹਾਲੇ ਤੱਕ ਸਹੀ ਵੇਰਵਾ ਦੇਣ ਵਿੱਚ ਵੀ ਅਸਫਲ ਰਹੀ ਹੈ। ਇਹਨਾਂ ਦੋਸ਼ਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਵਾਸਤੇ ਸੀਨੀਅਰ ਮੈਂਬਰਾਂ ਦੀ ਇੱਕ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਹਾਲਾਂਕਿ ਸਵਾਲ ਪੁੱਛੇ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਂਚ ਬਾਰੇ ਕੁਝ ਨਹੀਂ ਦੱਸਿਆ। SGPC ਦੀ ਮੈਂਬਰ ਕਿਰਨਜੋਤ ਕੌਰ ਜੋ ਜਾਂਚ ਕਮੇਟੀ ਦੇ ਮੈਂਬਰ ਨੇ, ਉਹਨਾਂ ਦੱਸਿਆ ਕਿ ਅਸੀਂ ਪਟੀਸ਼ਨ ਕਰਤਾ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰ ਰਹੇ ਹਾਂ। ਹਾਲਾਂਕਿ ਅਸੀਂ ਇਸ ਤੇ ਆਖਰੀ ਰਿਪੋਰਟ ਤਿਆਰ ਨਹੀਂ ਕਰ ਸਕੇ ਕਿਉਂਕਿ ਲਾਇਬ੍ਰੇਰੀ ਦੇ ਭੰਡਾਰ ਦੇ ਬਾਰੇ ਉਹ ਕਹਿੰਦੇ ਹਾਲੇ ਵੀ ਭੰਬਲ ਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਜਦੋਂ ਲਾਇਬ੍ਰੇਰੀ ਦੇ ਰਿਟਾਇਰਡ ਸਟਾਫ ਤੋਂ ਕਹਿੰਦੇ ਇਸ ਸੰਬੰਧ ਵਿੱਚ ਪੁੱਛਗਿੱਛ ਕਰਦੇ ਹਾਂ ਤਾਂ ਉਹ ਕੋਈ ਵੱਖਰੀ ਜਾਣਕਾਰੀ ਦੇ ਦਿੰਦੇ ਨੇ। ਤੁਸੀਂ ਦੇਖੋ ਕਿ 37 ਵਰ੍ਹੇ ਬੀਤ ਗਏ ਨੇ, 37ਵੀਂ ਬਰਸੀ ਮਨਾਈ ਜਾ ਰਹੀ ਹੈ, ਵਰ੍ਹੇਗੰਢ ਮਨਾਈ ਜਾ ਰਹੀ ਹੈ। ਹਾਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦਾ ਜਵਾਬ ਨਹੀਂ ਦੇ ਸਕੀ ਕਿ ਵਾਕਈ ਸਿੱਖ ਰੈਫਰੈਂਸੀ ਲਾਇਬ੍ਰੇਰੀ ਦਾ ਕੀਮਤੀ ਅਨਮੋਲ ਖਜ਼ਾਨਾ ਵਾਪਸ ਮਿਲ ਗਿਆ ਸੀ ਜਾਂ ਨਹੀਂ ਮਿਲਿਆ ਸੀ, ਜਾਂ ਪੰਜਾਬ ਸਰਕਾਰ ਨੂੰ ਮਿਲਿਆ ਸੀ ਕਿ ਉਹਨਾਂ ਨੇ SGPC ਨੂੰ ਵਾਪਸ ਕਰ ਦਿੱਤਾ ਜਾਂ ਨਹੀਂ। ਅਗਲੀ ਖਬਰ ਅੰਤਰਰਾਸ਼ਟਰੀ ਪੱਧਰ ਦੀ ਖਬਰ ਹੈ। ਸਾਕਾ ਨੀਲਾ ਤਾਰਾ ਤੋਂ ਬਾਅਦ ਆਓ ਹੁਣ ਖਬਰਾਂ ਵੱਲ ਨੂੰ ਵਧਦੇ ਹਾਂ। ਪੱਛਮੀ ਅਫਰੀਕਾ ਦਾ ਮੁਲਕ ਹੈ ਬੁਰਕੀਨਾ ਫਾਸੋ। ਇਸ ਮੁਲਕ ਦੇ ਇੱਕ ਪਿੰਡ ਦੇ ਵਿੱਚ ਖਬਰ ਮਿਲੀ ਹੈ ਕਿ ਬੰਦੂਕਧਾਰੀ ਵਿਅਕਤੀਆਂ ਦੇ ਵੱਲੋਂ ਇੱਕ ਭਿਆਨਕ ਹਮਲਾ ਕਰ ਦਿੱਤਾ ਗਿਆ। 100 ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਤੇ ਮੌਤਾਂ ਦੀ ਗਿਣਤੀ ਵੀ ਵੱਧ ਸਕਦੀ ਹੈ। ਜਾਣਕਾਰੀ ਮਿਲੀ ਕਿ ਉੱਥੇ ਸ਼ਨਿਚਰਵਾਰ ਵਾਲੇ ਦਿਨ ਅੱਜ ਤੱਕ ਦਾ ਉਸ ਮੁਲਕ ਦਾ ਸਭ ਤੋਂ ਭਿਆਨਕ, ਸਭ ਤੋਂ ਖਤਰਨਾਕ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਲਈ ਸਰਕਾਰ ਨੇ ਜਿਹਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੱਸਿਆ ਕਿ ਉਹਨਾਂ ਨੇ ਨਾਈਜਰ ਦੀ ਸਰਹੱਦ ਵਾਲੇ ਪਾਸੇ ਦੇ ਇਲਾਕੇ ਵਿੱਚ ਉੱਥੋਂ ਦੇ ਬਾਜ਼ਾਰ ਅਤੇ ਕਈ ਘਰਾਂ ਨੂੰ ਸਾੜ ਦਿੱਤਾ, ਫੂਕ ਦਿੱਤਾ। ਉੱਥੋਂ ਦੇ ਰਾਸ਼ਟਰਪਤੀ ਨੇ ਇਸ ਹਮਲੇ ਨੂੰ ਵਹਿਸ਼ੀਪੁਣੇ ਦੀ ਹੱਦ ਦੱਸਿਆ। ਪੱਛਮੀ ਅਫਰੀਕਾ ਦਾ ਇਹ ਮੁਲਕ ਹੈ ਜਿਸ ਦੇ ਵਿੱਚ ਤਕਰੀਬਨ 5 ਸਾਲ ਪਹਿਲਾਂ ਅਲ-ਕਾਇਦਾ ਤੇ ਇਸਲਾਮਿਕ ਸਟੇਟ ਨਾਲ ਜੁੜੇ ਜਹਾਦੀਆਂ ਨੂੰ ਕਾਬੂ ਕੀਤਾ ਗਿਆ ਸੀ। ਇਸ ਮੁਲਕ ਦੇ ਸਹੇਲ ਇਲਾਕੇ ਵਿੱਚ 5000 ਤੋਂ ਵੱਧ ਫਰੈਂਚ ਸੈਨਿਕਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਜਹਾਦੀ ਹਿੰਸਾ ਲਗਾਤਾਰ ਵਧ ਰਹੀ ਹੈ। ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਬੀਤੇ ਅਪ੍ਰੈਲ ਮਹੀਨੇ ਵੀ ਇਸੇ ਹੀ ਮੁਲਕ ਦੇ ਵਿੱਚ 50 ਲੋਕ ਮਾਰ ਦਿੱਤੇ ਗਏ ਸਨ
ਤੇ ਹੁਣ ਬੰਦੂਕਧਾਰੀਆਂ ਨੇ ਇਸ ਖਤਰਨਾਕ ਹਮਲੇ ਦੇ ਵਿੱਚ 100 ਲੋਕ ਮਾਰ ਦਿੱਤੇ ਤੇ ਕਈ ਜ਼ਖਮੀ ਨੇ। ਹਫੜਾ ਦਫੜੀ ਵਾਲਾ ਮਾਹੌਲ ਹੈ। ਕਈ ਜ਼ਖਮੀ ਲੋਕਾਂ ਨੂੰ ਨੇੜਲੇ ਕਲੀਨਿਕਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕ ਬੜੇ ਚਿੰਤਤ ਨੇ, ਉਹਨਾਂ ਨੂੰ ਆਪਣੀਆਂ ਜਾਨਾਂ ਦਾ ਖਤਰਾ ਹੈ ਤੇ ਇਸ ਤਰ੍ਹਾਂ ਦੇ ਹਮਲੇ ਮਨੁੱਖਤਾ ਦੇ ਵਿੱਚ ਕਦੇ ਵੀ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। ਪਰ ਇੱਕ ਪਾਸੇ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ, ਦੂਸਰੇ ਪਾਸੇ ਅਮਰੀਕਾ ਦੇ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਘਟਦੀਆਂ ਨੇ। ਇਹ ਵੀ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਅਮਰੀਕੀ ਰਾਸ਼ਟਰਪਤੀ ਆਖ ਚੁੱਕੇ ਹੈ ਕਿ ਅਸੀਂ ਇੱਥੋਂ ਦੇ ਹਥਿਆਰਾਂ ਤੇ ਪਾਬੰਦੀ ਲਾਉਣਾ ਚਾਹੁੰਦੇ ਹਾਂ। ਪਰ ਆਹ ਖਬਰ ਲਗਭਗ ਉਹਦੇ ਬਿਲਕੁਲ ਉਲਟ ਹੈ। ਇੱਕ ਫੈਡਰਲ ਜੱਜ ਨੇ ਬੰਦੂਕਾਂ ਦੇ ਉੱਤੇ ਕੈਲੀਫੋਰਨੀਆ ਸੂਬੇ ਦੇ ਵਿੱਚ ਲੱਗੀ ਲਗਭਗ 3 ਦਹਾਕੇ ਪੁਰਾਣੀ ਪਾਬੰਦੀ ਹਟਾ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਹਥਿਆਰ ਰੱਖਣ ਦੇ ਸੰਵਿਧਾਨਕ ਅਧਿਕਾਰ ਦਾ ਉਲੰਘਣ ਕਰਦਾ ਹੈ। ਸੈਨ ਡਿਏਗੋ ਦੇ ਜ਼ਿਲ੍ਹਾ ਜੱਜ ਨੇ ਉਹਨਾਂ ਨੇ ਹੁਕਮ ਵਿੱਚ ਕਿਹਾ ਕਿ ਫੌਜ ਦੀ ਸ਼ੈਲੀ ਵਾਲੇ ਗੈਰ ਕਾਨੂੰਨੀ ਰਾਈਫਲਾਂ ਦੀ ਸਰਕਾਰ ਦੀ ਪਰਿਭਾਸ਼ਾ ਕੈਲੀਫੋਰਨੀਆ ਦੇ ਕਾਨੂੰਨ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਤੋਂ ਵਾਂਝਾ ਕਰਦੀ ਹੈ। ਜਦੋਂ ਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਹੋਰ ਜ਼ਿਆਦਾਤਰ ਸੂਬਿਆਂ ਦੇ ਵਿੱਚ ਹਥਿਆਰ ਰੱਖਣ ਦੀ ਆਗਿਆ ਦਿੱਤੀ ਹੋਈ ਹੈ। ਇਸ ਕਰਕੇ ਉਹ ਕਹਿੰਦੇ ਕੈਲੀਫੋਰਨੀਆ ਦੇ ਲੋਕਾਂ ਦੇ ਨਾਲ ਇਹ ਗੈਰ ਕਾਨੂੰਨੀ ਜੋ ਦੱਸਿਆ ਜਾ ਰਿਹਾ ਹੈ ਇਹ ਗਲਤ ਹੈ। ਉਹਨਾਂ ਨੇ ਇਸ ਕਾਨੂੰਨ ਨੂੰ ਸਥਾਈ ਰੂਪ ਨਾਲ ਰੱਦ ਕਰਨ ਦਾ ਹੁਕਮ ਦੇ ਦਿੱਤਾ ਹੈ। ਪਰ ਦੱਸਣਾ ਬਣਦਾ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਭਾਵ 30 ਦਿਨਾਂ ਦੀ ਇਸ ਰੋਕ ਦੇ ਉੱਤੇ ਸੂਬੇ ਦੇ ਅਟਾਰਨੀ ਜਨਰਲ ਅਪੀਲ ਕਰ ਸਕਦੇ ਨੇ। ਅਤੇ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਨੇ ਇਸ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਜਨ ਸੁਰੱਖਿਆ ਤੇ ਨਿਰਦੋਸ਼ ਕੈਲੀਫੋਰਨੀਆ ਦੇ ਰਹਿਣ ਵਾਲੀ ਜ਼ਿੰਦਗੀਆਂ ਲਈ ਸਿੱਧਾ ਖਤਰਾ ਹੈ। ਦੱਸਣਾ ਬਣਦਾ ਕਿ ਕੈਲੀਫੋਰਨੀਆ ਵਿੱਚ ਅਸਾਲਟ ਹਥਿਆਰਾਂ ਤੇ ਸਭ ਤੋਂ ਪਹਿਲਾਂ 1999 ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਉਦੋਂ ਤੋਂ ਇਸ ਵਿੱਚ ਕਈ ਵਾਰ ਸੋਧ ਵੀ ਕੀਤੀ ਗਈ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਦਲੀਲ ਦਿੱਤੀ ਕਿ ਅਸਾਲਟ ਰਾਈਫਲਾਂ ਨੂੰ ਕਾਨੂੰਨ ਵਿੱਚ ਹੋਰ ਹਥਿਆਰਾਂ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਦੱਸਿਆ ਹੈ ਅਤੇ ਇਹਨਾਂ ਦਾ ਅਪਰਾਧਾਂ, ਸਮੂਹਕ ਗੋਲੀਬਾਰੀ ਅਤੇ ਕਾਨੂੰਨ ਪਰਿਵਰਤਨ ਖਿਲਾਫ ਜ਼ਿਆਦਾ ਇਸਤੇਮਾਲ ਹੁੰਦਾ ਹੈ। ਹੁਣ ਜੇਕਰ ਕੈਲੀਫੋਰਨੀਆ ਵਿੱਚ ਤੁਸੀਂ ਰਹਿੰਦੇ ਹੋ, ਅਮਰੀਕਾ ਵਿੱਚ ਰਹਿੰਦੇ ਹੋ, ਇਸ ਖਬਰ ਤੇ ਟਿੱਪਣੀ ਕਰਿਓ। ਇੱਕ ਪਾਸਾ ਆਪਾਂ ਰੋਜ਼ ਵੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਕਿਸੇ ਨਾ ਕਿਸੇ ਹਿੱਸੇ ਵਿੱਚ ਗੋਲੀ ਚੱਲਦੀ ਹੈ। ਹਥਿਆਰਾਂ ਤੇ ਪਾਬੰਦੀ ਦੀਆਂ ਬਹੁਤ ਸਾਰੀਆਂ ਮੰਗਾਂ ਉੱਠਦੀਆਂ ਨੇ। ਪਰ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਆਖਿਆ ਕਿ ਅਮਰੀਕਾ ਦੇ ਵਿੱਚ ਗਨ ਲੌਬੀ ਬਹੁਤ ਤਾਕਤਵਰ ਹੈ। ਇੱਕ ਵਾਰ ਉਸੇ ਤਰ੍ਹਾਂ ਦਾ ਨਤੀਜਾ ਹੈ ਕਿ 3 ਦਹਾਕੇ ਪੁਰਾਣੀ ਬਹੁਤ ਖਤਰਨਾਕ ਹਥਿਆਰਾਂ ਤੇ ਲੱਗੀ ਪਾਬੰਦੀ ਕੈਲੀਫੋਰਨੀਆ ਦੇ ਇੱਕ ਜੱਜ ਨੇ ਹਟਾ ਦਿੱਤੀ ਹੈ। ਤੇ ਅਗਲੀ ਖਬਰ ਹੈ ਜਿਹੜੀ ਪੰਜਾਬ ਦੀ ਰਾਜਨੀਤੀ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਖਬਰ ਹੈ। ਪ੍ਰਸ਼ਾਂਤ ਕਿਸ਼ੋਰ ਇੱਕ ਨਵਾਂ ਪੈਂਤੜਾ ਖੇਡਣਾ ਚਾਹੁੰਦੇ ਨੇ। ਹਾਈ ਕਮਾਂਡ ਇੱਕ ਨਵੀਂ ਰਣਨੀਤੀ ਲਿਆਉਣਾ ਚਾਹੁੰਦੀ ਹੈ। ਕਾਰਨ ਕੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਨੇੜੇ ਨੇ। ਆਉਂਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ। ਇਹ ਮਨਸ਼ਾ ਦੇ ਨਾਲ ਪਾਰਟੀ ਹਾਈ ਕਮਾਂਡ ਨੇ ਰੁੱਸੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ, ਮੰਤਰੀਆਂ, ਵਿਧਾਇਕਾਂ ਤੇ ਹੋਰ ਨੇਤਾਵਾਂ ਦੀ ਕੈਪਟਨ ਵਿਰੁੱਧ ਸਰਕਾਰ ਜਿਹੜੀ ਇਸ ਵਕਤ ਚੱਲ ਰਹੀ ਹੈ ਕੈਪਟਨ ਦੀ, ਉਹਦੇ ਖਿਲਾਫ ਭੜਾਸ ਸੁਣਨ ਦੇ ਵਾਸਤੇ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਲਗਭਗ 9 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਇੰਚਾਰਜ ਲਾ ਦਿੱਤੇ ਸਨ ਹਰੀਸ਼ ਰਾਵਤ। ਉਹਨਾਂ ਨੂੰ ਫਿੱਟ ਕਰ ਦਿੱਤਾ ਸੀ। ਹਰੀਸ਼ ਰਾਵਤ ਨੇ ਸਿੱਧੂ, ਕੈਪਟਨ ਜਾਖੜ ਤੇ ਹੋਰਨਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਆਖਰਕਾਰ ਕਾਂਗਰਸ ਦੀ ਅੰਦਰੂਨੀ ਜਿਹੜੀ ਘਮਸਾਨ ਹੈ ਉਹਦਾ ਹੱਲ ਕੱਢਣ ਦੇ ਵਾਸਤੇ ਆਖਰਕਾਰ ਇੱਕ 3 ਮੈਂਬਰੀ ਕਮੇਟੀ ਬਣੀ। 3 ਮੈਂਬਰੀ ਕਮੇਟੀ ਨੇ ਦਿੱਲੀ ਲਗਭਗ ਹਰ ਛੋਟੇ ਵੱਡੇ ਕਾਂਗਰਸੀ ਲੀਡਰ ਨੂੰ ਬੁਲਾਇਆ ਤੇ ਗੰਭੀਰ ਚਿੰਤਨ ਮੰਥਨ ਕੀਤਾ। ਮਲਕ ਅਰਜਨ ਖੜਗੇ ਦੀ ਅਗਵਾਈ ਵਾਲੀ ਇਸ ਕਮੇਟੀ ਜਿਹਦੇ ਅੱਗੇ ਸਾਰੇ ਲੋਕਾਂ ਦੀਆਂ ਪੇਸ਼ੀਆਂ ਹੋਈਆਂ, ਉਮੀਦ ਹੈ ਕਿ ਅੱਜ ਜਾਂ ਭਲਕੇ ਸੋਨੀਆ ਗਾਂਧੀ ਨੂੰ ਉਹ ਰਿਪੋਰਟ ਪੇਸ਼ ਕਰ ਦੇਣਗੇ ਤੇ ਆਪਣੇ ਨਾਲ ਸੁਝਾਅ ਵੀ ਦੇਣਗੇ। ਜਨਵਰੀ 2022 ਦੇ ਵਿੱਚ ਚੋਣਾਂ ਵੇਲੇ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਕਾਂਗਰਸ। ਪਰ ਹੁਣ ਇਹ ਜਿੱਤ ਹਾਸਲ ਕਰਨ ਦੇ ਵਾਸਤੇ ਸਭ ਤੋਂ ਵੱਡਾ ਸਵਾਲ ਹਾਈ ਕਮਾਂਡ ਦੇ ਸਾਹਮਣੇ ਇਹ ਹੈ, ਸੰਬੰਧਿਤ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਦੀ ਗੱਲ ਸੁਣਨ ਤੋਂ ਬਾਅਦ, ਕਿ ਮੁੱਖ ਮੰਤਰੀ ਦਾ ਚਿਹਰਾ ਫਿਰ ਪੰਜਾਬ 'ਚ ਹੋਵੇ ਕੌਣ। ਆਪਣੇ ਆਪ ਨੂੰ ਧਰਮ ਨਿਰਪੱਖ ਅਖਵਾਉਂਦੀ ਹੈ ਕਾਂਗਰਸ ਪਾਰਟੀ। ਭਾਵ ਧਰਮ ਨਿਰਪੱਖ ਅਖਵਾਉਣ ਵਾਲੀ ਕਾਂਗਰਸ ਪਾਰਟੀ ਪੰਜਾਬ 'ਚ ਪਿਛਲੇ 4.5 ਸਾਲਾਂ ਦੇ ਵਿੱਚ ਕੀਤਾ ਕੀ ਹੈ? ਆਪਣੀ ਕਾਰਗੁਜ਼ਾਰੀ ਤੇ ਸ਼ਰਮਿੰਦਾ ਨਹੀਂ, ਬਲਕਿ ਇਸ ਵੇਲੇ 2/3 ਬਹੁਮਤ ਵਾਲੇ ਵਿਧਾਇਕ, ਚੋਟੀ ਦੇ ਨੇਤਾ ਕੇਵਲ ਤੇ ਕੇਵਲ ਗੱਲਾਂ ਕੀ ਕਰ ਰਹੇ ਹੈ? ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਸਿਰਫ ਰਾਗ ਅਲਾਪ ਰਹੇ ਨੇ।
ਗੈਰ ਸਿੱਖ ਵਰਗ ਦੇ ਵੋਟਰਾਂ ਦਾ ਘਾਣ ਕਰਨ ਅਤੇ ਖੁਦ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸੇ ਇਹ ਲੋਕ, ਇਹ ਮੰਤਰੀ ਜਾਂ ਤਾਂ ਕੈਪਟਨ ਦੀ ਗੱਲ ਕਰ ਰਹੇ ਨੇ ਜਾਂ ਸਿੱਧੂ ਜਾਂ ਦਲਿਤ ਮੁੱਖ ਮੰਤਰੀ ਦਾ ਬੈਨਰ ਫੜ ਕੇ ਚੋਣ ਪ੍ਰਚਾਰ ਵਿੱਚ ਕਿਸੇ ਨਾ ਕਿਸੇ ਤਰੀਕੇ ਰੁੱਝ ਚੁੱਕੇ ਨੇ। ਪਰ ਬੀਤੇ 4.5 ਸਾਲਾਂ ਦੀ ਕਾਰਗੁਜ਼ਾਰੀ ਤੇ ਸ਼ਰਮਿੰਦਾ ਕੋਈ ਵੀ ਨਹੀਂ। ਹੁਣ ਕਾਂਗਰਸ ਦੇ ਕਈ ਸੀਨੀਅਰ ਅਤੇ ਕਈ ਤਜਰਬੇਕਾਰ ਲੀਡਰ ਨੇ, ਕਈ ਪਹਿਲੀ, ਦੂਜੀ, ਤੀਜੀ, ਚੌਥੀ ਵਾਰ ਬਣੇ ਵਿਧਾਇਕ, ਕਈ ਮੰਤਰੀ, ਕਈ ਨੀਤੀ ਘਾੜੇ, ਇਸ ਮੁੱਦੇ ਤੇ ਜਦੋਂ ਗੱਲਬਾਤ ਕਰਦੇ ਆ ਤਾਂ ਗੰਭੀਰ ਗੱਲਬਾਤ ਕਰਦੇ ਆ। ਉਹ ਕਹਿੰਦੇ ਆ ਕਿ ਕੇਵਲ 4 ਸਾਲ ਪਹਿਲਾਂ ਬੀਜੇਪੀ ਦੇ ਵਿੱਚੋਂ ਆਏ ਨੇਤਾ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣਾ ਜਾਂ ਕੈਪਟਨ ਦੇ ਬਰਾਬਰ ਉਹਦੀ ਕੁਰਸੀ ਢਹਾਉਣਾ ਜਾਂ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਪੇਸ਼ ਕਰਨਾ ਕਾਂਗਰਸ ਪਾਰਟੀ ਵਿੱਚ ਪਈ ਪਾਟੋ ਧਾੜ ਨੂੰ ਹੋਰ ਪੱਕਾ ਕਰ ਦੇਵੇਗਾ। ਅਤੇ ਫਿਰ ਹੋਵੇਗਾ ਕੀ? ਉਹ ਕਹਿੰਦੇ ਅਵਸ਼ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਹਾਰ ਮਿਲੇਗੀ, ਇਹ ਕਈਆਂ ਦਾ ਕਹਿਣਾ ਹੈ। ਇਸੇ ਤਰ੍ਹਾਂ ਇੱਕ ਗੰਭੀਰ ਤੇ ਲਗਭਗ 80 ਕਵਰਿਆਂ ਨੂੰ ਟੁੱਕ ਚੁੱਕੇ ਕਾਂਗਰਸ ਦੇ ਸੀਨੀਅਰ ਲੀਡਰ ਨੇ। ਉਹ ਕਹਿੰਦੇ 2014 ਚ, 17 ਚ, 19 ਚ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਸਮੁੱਚੇ ਭਾਰਤ ਦੇ ਵਿੱਚ ਮੋਦੀ ਅਤੇ ਸ਼ਾਹ ਦੀ ਜੋੜੀ ਦੀ ਹਨੇਰੀ ਝੁੱਲ ਰਹੀ ਸੀ ਤਾਂ ਪੰਜਾਬ ਦੇ ਵਿੱਚ ਉਸ ਹਨੇਰੀ ਨੂੰ ਡੱਕਿਆ ਕੈਪਟਨ ਅਮਰਿੰਦਰ ਸਿੰਘ ਨੇ। ਉਹ ਕਹਿੰਦੇ ਜੇਕਰ ਆਉਂਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਦਰਕਨਾਰ ਕਰ ਦਿੱਤਾ ਤਾਂ ਪਾਰਟੀ ਸਮਝੋ ਆਪਣੇ ਆਪ ਆਤਮ ਹੱਤਿਆ ਕਰ ਰਹੀ ਹੋਵੇਗੀ। ਤੇ ਇੱਕ ਹੋਰ ਗੈਰ ਸਿੱਖ ਸੀਨੀਅਰ ਕਾਂਗਰਸੀ ਲੀਡਰ ਨੇ ਇੱਕ ਹੋਰ ਨੁਕਤਾ ਉਹਦੇ ਤੇ ਇਸ਼ਾਰਾ ਕੀਤਾ। ਉਹ ਕਹਿੰਦੇ ਪੰਜਾਬ ਦੇ ਵਿੱਚ ਇਸ ਵਕਤ ਪੰਜਾਬ ਦੀ ਰਾਜਨੀਤੀ ਤੇ ਜੱਟਵਾਦ ਭਾਰੂ ਹੈ। ਦੂਸਰੇ ਜਿਹੜੇ ਵਰਗ ਨੇ ਜਿਨ੍ਹਾਂ ਵਿੱਚ ਰਾਜਪੂਤ ਵੀ ਨੇ, ਖੱਤਰੀ ਵੀ ਨੇ, ਬ੍ਰਾਹਮਣ ਵੀ ਨੇ, ਪਛੜੀ ਜਾਤੀ ਦੀ ਵੀ ਨੇ, ਵਿਸ਼ੇਸ਼ ਕਰਕੇ ਦਲਿਤ ਵੀ ਨੇ, ਬਾਲਮੀਕ ਭਾਈਚਾਰਾ ਵੀ ਹੈ। ਉਹ ਕਹਿੰਦੇ ਇਸ ਤਰ੍ਹਾਂ ਦੇ ਨੇਤਾ ਨੇ ਜਿਹੜੇ ਇਹਨਾਂ ਤਬਕਿਆਂ ਦੇ ਜਿਹੜੇ ਨੇਤਾ ਨੇ ਉਹਨਾਂ ਵਿੱਚੋਂ ਕਿਸੇ ਨੂੰ ਅੱਗੇ ਲਿਆਉਣਾ ਇਸ ਵਕਤ ਬੇਹੱਦ ਜ਼ਰੂਰੀ ਹੈ। ਇਸ ਲੀਡਰ ਨੇ ਇਹ ਵੀ ਵਿਚਾਰ ਦਿੱਤਾ ਕਿ ਸੁਨੀਲ ਜਾਖੜ ਇੱਕ ਹਿੰਦੂ ਚਿਹਰਾ ਹੈ, ਉਹਨੂੰ ਪ੍ਰਧਾਨਗੀ ਤੋਂ ਹਟਾਉਣਾ ਲਗਭਗ 45% ਹਿੰਦੂਆਂ ਦੇ ਨਾਲ ਬੇਇਨਸਾਫੀ ਹੋਏਗੀ। ਉਹ ਕਹਿੰਦੇ ਤੁਸੀਂ ਦੇਖੋ ਕਿ ਭਾਵੇਂ ਬਾਲਮੀਕ ਨੇ, ਰਾਜਪੂਤ ਨੇ, ਬ੍ਰਾਹਮਣ ਨੇ ਜਾਂ ਦਲਿਤ ਵਰਗ ਹੈ, ਇਹਨਾਂ ਨੂੰ ਕਿਤੇ ਨਾ ਕਿਤੇ ਤਾਂ ਫਿੱਟ ਚੰਗੇ ਤਰੀਕੇ ਕਰਨਾ ਬਣਦਾ ਹੈ। ਉਹ ਕਹਿੰਦੇ ਕਾਂਗਰਸੀ ਵਿਧਾਇਕਾਂ ਤੇ ਨੇਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਹਾਈ ਕਮਾਂਡ ਨੇ ਸਿੱਧੂ ਨੂੰ ਡਿਪਟੀ ਸੀਐਮ ਲਾਉਣਾ ਹੈ ਤਾਂ ਫਿਰ ਇੱਕ ਹੋਰ ਡਿਪਟੀ ਸੀਐਮ ਦੀ ਕੁਰਸੀ ਵੀ ਦੇਣੀ ਕਿਸੇ ਨੂੰ ਪਊ ਤੇ ਉਹ ਕਿਸੇ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਦੇਣੀ ਪਊ। ਕਹਿਣ ਦਾ ਭਾਵ ਇੱਕ ਮੁੱਖ ਮੰਤਰੀ ਦੀ ਕੁਰਸੀ ਦੇ ਆਲੇ ਦੁਆਲੇ 2 ਡਿਪਟੀ ਸੀਐਮ ਦੀਆਂ ਕੁਰਸੀਆਂ ਡਾਉਣੀਆਂ ਲਾਜ਼ਮੀ ਹੋਣਗੀਆਂ। ਕਾਹਦੇ ਵਾਸਤੇ? ਕੀ ਪੰਜਾਬ ਚਾਹੁੰਦਾ? ਨਹੀਂ। ਪੰਜਾਬ ਦੇ ਲੋਕਾਂ ਨੂੰ ਪਿਛਲੇ 4.5 ਸਾਲਾਂ 'ਚ ਵੀ ਕੰਮ ਚੱਲ ਰਿਹਾ ਹੈ, ਪਰ ਚਾਹੁੰਦਾ ਕੌਣ ਹੈ? ਕਾਂਗਰਸ ਪਾਰਟੀ ਚਾਹੁੰਦੀ ਹੈ ਜਾਂ ਕੁਝ ਨਾਰਾਜ਼ ਲੀਡਰ ਚਾਹੁੰਦੇ ਹੈ ਤੇ ਹਾਈ ਕਮਾਂਡ ਚਾਹੁੰਦੀ ਹੈ ਕਿ ਪੰਜਾਬ ਸੂਬਾ ਸਾਡੇ ਹੱਥੋਂ ਖਿਸਕੇ ਨਾ। ਹੁਣ ਜਦੋਂ ਨਰੋਲ ਕੈਪਟਨ ਪੱਖੀ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਹੋਰ ਕੁਝ ਕਹਿੰਦੇ ਨੇ। ਉਹ ਇਸ ਮਾਮਲੇ 'ਚ ਕਹਿੰਦੇ ਕਿ ਮੁੱਖ ਮੰਤਰੀ ਹੋਰ ਮਜ਼ਬੂਤ, ਤਕੜੇ ਤੇ ਸਿਰਕੱਢ ਨੇਤਾ ਬਣ ਕੇ ਨਿਕਲਣਗੇ। ਉਹ ਕਹਿੰਦੇ ਕੈਪਟਨ ਇਸ ਵੇਲੇ ਨੈਸ਼ਨਲ ਪੱਧਰ ਦਾ ਕਾਂਗਰਸ ਲੀਡਰ ਹੈ। ਉਹ ਕਹਿੰਦੇ 3 ਮੈਂਬਰੀ ਕਮੇਟੀ ਨੂੰ ਉਹਨਾਂ ਨੇ ਸਾਫ਼, ਚੰਗੇ, ਐਨ ਸਪਸ਼ਟ ਸ਼ਬਦਾਂ ਦੇ ਵਿੱਚ ਦੱਸ ਦਿੱਤਾ ਹੈ ਕਿ ਮੈਂ ਨਹੀਂ, ਮੇਰੇ ਕਈ ਸਾਥੀ ਮੰਤਰੀਆਂ ਦੀ ਕਾਰਗੁਜ਼ਾਰੀ ਮਾੜੀ ਹੈ ਤੇ ਉਹਨਾਂ ਦਾ ਕੱਚਾ ਚਿੱਠਾ ਵੀ ਪੇਸ਼ ਕਰਾਏ ਨੇ। ਤੇ ਦੂਸਰੇ ਪਾਸੇ ਨਰੋਲ ਇੱਕ ਨਿਰਪੱਖ ਕਾਂਗਰਸੀ ਗੁੱਟ ਵੀ ਹੈ। ਉਹਦੇ ਲੀਡਰ ਕਹਿੰਦੇ ਨੇ ਕਿ 6 ਮਹੀਨੇ ਪਹਿਲਾਂ ਨਿਯੁਕਤ ਕੀਤੇ ਚੋਣਾਂ ਵਾਸਤੇ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦਾ ਇੱਕ ਹੋਰ ਤਰਕ ਹੈ। ਉਹ ਇੱਕ ਹੋਰ ਕੱਦੂ 'ਚ ਤੀਰ ਮਾਰਨਾ ਚਾਹੁੰਦਾ ਹੈ। ਪ੍ਰਸ਼ਾਂਤ ਕਿਸ਼ੋਰ ਇਹ ਚਾਹੁੰਦਾ ਹੈ ਕਿ ਮੰਤਰੀ ਮੰਡਲ ਜਿਹੜਾ ਇਸ ਵਕਤ ਕੈਪਟਨ ਸਰਕਾਰ ਦਾ ਉਹਦੇ ਵਿੱਚੋਂ ਮੌਜੂਦਾ 4 ਜਾਂ 5 ਜਾਂ 6 ਜਿਹੜੇ ਲੀਡਰ ਨੇ ਸਿਰਫ ਉਹਨਾਂ ਨੂੰ ਟਿਕਟ ਦਿੱਤੀ ਜਾਵੇ। 80 ਵਿਧਾਇਕ ਜਿਹੜੇ ਇਸ ਵਕਤ ਕਾਂਗਰਸ ਤੇ ਨੇ ਉਹਨਾਂ ਵਿੱਚੋਂ ਨਿਕੰਮੇ ਜਾਂ ਅੱਧ ਤੋਂ ਵੱਧ ਜਾਂ ਤਾਂ ਡ੍ਰੌਪ ਕਰ ਦਿੱਤੇ ਜਾਣ ਜਾਂ ਉਹਨਾਂ ਦੇ ਚੋਣ ਹਲਕੇ ਬਦਲ ਦਿੱਤੇ ਜਾਣ। ਤੇ ਇੱਕ ਹੋਰ ਚੋਣ ਅੰਕੜਾ ਜਿਹੜਾ ਉਹ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਕਾਂਗਰਸ ਦੀ ਇਸ ਅੰਦਰੂਨੀ ਫੁੱਟ ਨੇ ਪਾਰਟੀ ਨੂੰ ਡੂੰਘੀ ਸੱਟ ਮਾਰੀ ਹੈ ਅਤੇ ਆਉਣ ਵਾਲੀ ਚੋਣ ਦੇ ਵਿੱਚ ਭਾਵੇਂ ਜਿੱਡਾ ਮਰਜ਼ੀ ਨੀਤੀ ਘਾੜਾ ਲੈ ਆਉਣ, ਕਾਂਗਰਸ ਪਾਰਟੀ ਨੂੰ ਇਹਦਾ ਖਮਿਆਜ਼ਾ ਹਰ ਹੀਲੇ ਭੁਗਤਣਾ ਪਏਗਾ। ਪਰ ਹੁਣ ਦੇਖੋ, ਮੈਂ ਸਾਰੇ ਪੱਖ, ਕਮੇਟੀ ਦਾ, ਹਰੀਸ਼ ਰਾਵਤ ਦਾ, ਵਿਰੋਧੀਆਂ ਦਾ, ਬਾਗੀਆਂ ਦਾ, ਕੈਪਟਨ ਦਾ, ਨਿਰਪੱਖ ਰਾਏ ਤੇ ਕੁਝ ਜਿਹੜੇ ਪਛੜੇ ਤਬਕੇ ਨਾਲ ਸੰਬੰਧਿਤ ਨੇ, ਸਾਰੇ ਐਂਗਲ, ਸਾਰੇ ਪਹਿਲੂ ਤੁਹਾਡੇ ਸਾਹਮਣੇ ਰੱਖੇ ਹੈ। ਪਰ ਇਹਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ
कि अंदर खाते ये महसूस कर रही है कैप्टन ਨੂੰ ਬਚਾਉਣ ਵਾਸਤੇ ਅਤੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਵਾਸਤੇ ਹਾਈ ਕਮਾਂਡ ਕਿ ਜੇਕਰ ਬਲੀ ਲੈਣੀ ਹੈ ਤਾਂ ਸੁਨੀਲ ਜਾਖੜ ਦੀ ਲੈ ਲਓ, ਪਾਰਟੀ ਪ੍ਰਧਾਨ ਲਾ ਦਿਓ ਨਵਜੋਤ ਸਿੰਘ ਸਿੱਧੂ ਨੂੰ, ਸਿੱਧੂ ਵੀ ਖੁਸ਼ ਹੋ ਜੂ ਤੇ ਕੈਪਟਨ ਆਪਣੀ ਥਾਂ ਤੇ ਟਿਕਿਆ ਰਹੂ, ਉਹ ਵੀ ਖੁਸ਼ ਹੋ ਜੂ। ਪਰ ਦੂਸਰੇ ਪਾਸੇ ਜਦੋਂ ਇਹ ਪਤਾ ਲੱਗਣ ਲੱਗਾ ਕਿ ਸ਼ਾਇਦ ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਏਗਾ, ਫਿਰ ਆਹ ਲੋਕ ਬੋਲਣ ਲੱਗ ਕਿ ਹਿੰਦੂ ਵੋਟ ਨਾਰਾਜ਼ ਹੋ ਜੂ। ਹੁਣ ਸਵਾਲ ਇਸ ਗੱਲ ਦਾ ਹੈ ਕਿ ਅਸੀਂ ਜਾਤ ਦੇ ਆਧਾਰ 'ਤੇ ਰਾਜਨੀਤੀ ਕਰਨੀ ਹੈ ਜਾਂ ਸਾਨੂੰ ਕੰਮ ਕਰਨ ਵਾਲਾ ਲੀਡਰ ਚਾਹੀਦਾ। ਇਹ ਮੈਟਰ ਨਹੀਂ ਕਰਦਾ। ਜੇ ਇਹ ਮੈਟਰ ਕਰਦਾ ਹੁੰਦਾ ਤਾਂ ਸਾਧੂ ਸਿੰਘ ਧਰਮਸੋਤ ਤੇ ਕਦੇ ਇਲਜ਼ਾਮ ਨਾ ਲੱਗਦੇ ਕਿ ਉਹਨੇ ਪਛੜੇ ਭਾਈਚਾਰੇ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਵਜ਼ੀਫਾ ਖਾਧਾ। ਉਹ ਤਾਂ ਇਸੇ ਮਹਿਕਮੇ ਦਾ, ਉਹ ਤਾਂ ਇਸੇ ਹੀ ਤਬਕੇ ਦਾ। ਫਿਰ ਜਿਹਦੇ ਮਹਿਕਮੇ ਦੇ ਖਾਧੇ ਗਏ ਨੇ ਚਰਨਜੀਤ ਚੰਨੀ, ਉਹ ਵੀ ਇਸੇ ਭਾਈਚਾਰੇ ਨਾਲ ਸੰਬੰਧਿਤ ਹੈ। ਸੋ ਇਹ ਗੱਲ ਆਪਾਂ ਸਾਫ਼-ਸਾਫ਼ ਐਨ ਸਾਫ਼ ਸ਼ਬਦਾਂ ਵਿੱਚ ਲਿਖ ਲਈਏ ਕਿ ਸਾਨੂੰ ਕਿਸੇ ਸਾਡੇ ਜਾਤ ਜਾਂ ਗੋਤ ਦੇ ਬੰਦੇ ਨੇ ਇਨਸਾਫ ਨਹੀਂ ਦਿਵਾਉਣਾ, ਬੰਦੇ ਦੀ ਨੀਤ ਕੰਮ ਕਰਨ ਵਾਲੀ ਚਾਹੀਦੀ ਹੈ। ਜੇ ਆਹੀ ਗੱਲ ਕਰੀਏ, ਸਭ ਤੋਂ ਵੱਡੇ ਪੰਥਕ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਲੇ ਹੁਣ ਤੱਕ ਤਾਂ ਜਿਹੜੇ ਸਿੱਖ ਮੁੱਦੇ ਸਨ ਸਾਰਿਆਂ ਦਾ ਇਨਸਾਫ ਲੈ ਕੇ ਦੇ ਦਿੰਦੇ। ਪੰਜਾਬ 'ਚ ਕਈ ਵਾਰੀ ਸਰਕਾਰ ਬਣਾਈ ਹੈ ਤੇ ਕੇਂਦਰ 'ਚ ਵੀ ਮਿਲ ਕੇ ਬੈਠਦੇ ਰਹੇ ਨੇ। 37ਵੀਂ ਵਰ੍ਹੇਗੰਢ ਤੇ ਵੀ ਉੱਥੇ ਹੀ ਖੜੇ ਆ। ਸੋ ਇਹ ਜਿਹੜਾ ਲੋਕਾਂ ਦੇ ਮਨਾਂ ਵਿੱਚ ਵਹਿਮ ਪਾਇਆ ਜਾ ਰਿਹਾ ਜਾਂ ਇਹ ਭਰਮ ਪਾਲ ਬੈਠੇ ਆ ਕਿ ਜੇ ਸਾਡੇ ਭਾਈਚਾਰੇ ਦਾ ਕੋਈ ਲੀਡਰ ਹੋਊ ਤਾਂ ਸ਼ਾਇਦ ਸਾਨੂੰ ਰਾਹਤ ਮਿਲੂ, ਤਾਂ ਅਸੀਂ ਅਪਲਿਫਟ ਹੋਵਾਂਗੇ, ਇਹ ਬਿਲਕੁਲ ਗਲਤ ਹੈ। ਪਰ ਹੁਣ ਇੱਕ ਤੀਰ ਨਾਲ ਕਈ ਨਿਸ਼ਾਨੇ ਕਰਨਾ ਚਾਹੁੰਦੀ ਹੈ ਹਾਈ ਕਮਾਂਡ, ਪਰ ਸ਼ਾਇਦ ਹੋਵੇ ਨਾ। ਹੁਣ ਵੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦਾ ਮੋਰਚਾ ਫਤਿਹ ਹੁੰਦਾ ਕਿ ਕੈਪਟਨ ਖੇਮੇ ਦੇ ਵਿੱਚ ਜੇਕਰ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਖਲਬਲੀ ਮੱਚਦੀ ਹੈ ਜਾਂ ਫਿਰ ਕਿਤੇ ਕੈਪਟਨ ਨੂੰ ਨਾਰਾਜ਼ ਤਾਂ ਨਹੀਂ ਕਰ ਲੈਂਦੇ। ਵੇਖਦੇ ਹਾਂ, 1-2 ਦਿਨਾਂ ਦੇ ਵਿੱਚ ਉਮੀਦ ਹੈ ਕਿ ਪਾਰਟੀ ਹਾਈ ਕਮਾਂਡ ਕੋਲ ਇਹ ਫਾਈਲ ਚਲੇ ਜਾਣੀ ਹੈ। ਬੀਤੇ ਦਿਨੀ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਬਾਦਲ ਪਿੰਡ ਦੇ ਵਿੱਚੋਂ ਨਜਾਇਜ਼ ਸ਼ਰਾਬ ਬਹੁਤ ਵੱਡੇ ਪੈਮਾਨੇ ਤੇ ਫੜੀ ਗਈ। ਇਸੇ ਚੀਜ਼ ਨੂੰ ਆਧਾਰ ਬਣਾ ਕੇ ਬੀਤੇ ਦਿਨੀ ਥਾਣਾ ਲੰਬੀ ਦੇ ਬਾਹਰ ਇੱਕ ਧਰਨਾ ਦਿੱਤਾ ਗਿਆ। ਧਰਨੇ ਤੋਂ ਬਾਅਦ ਪੁਲਿਸ ਨੇ ਆਮ ਆਦਮੀ ਪਾਰਟੀ ਦੇ 3 ਵਿਧਾਇਕਾਂ ਤੇ 10 ਹੋਰ ਆਗੂਆਂ ਤੋਂ ਇਲਾਵਾ 100 ਤੋਂ 150 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੋਵਿਡ-19 ਦੀਆਂ ਗਾਈਡਲਾਈਨ ਦੀਆਂ ਉਲੰਘਣਾ ਕਰਨ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। 4 ਜੂਨ ਨੂੰ ਆਪ ਦੇ 3 ਵਿਧਾਇਕਾਂ ਦੀ ਅਗਵਾਈ ਦੇ ਹੇਠ ਸੈਂਕੜੇ ਵਰਕਰਾਂ ਦੇ ਵੱਲੋਂ ਥਾਣੇ ਦੇ ਬਾਹਰ ਹਾਈਵੇ ਤੇ ਧਰਨਾ ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਦੋਸ਼ ਲਾਇਆ ਗਿਆ ਸੀ ਕਿ ਪਿੰਡ ਬਾਦਲ ਦੇ ਵਿੱਚ ਨਕਲੀ ਸ਼ਰਾਬ ਜਿਹੜੀ ਫੈਕਟਰੀ ਫੜੀ ਗਈ, ਪੁਲਿਸ ਵੱਲੋਂ ਅਸਲੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੈਰ ਕਾਨੂੰਨੀ ਤੌਰ ਤੇ ਇਸ ਪੁਲਿਸ ਨੇ ਜਿਹੜੀ ਸ਼ਰਾਬ ਫੜੀ ਸੀ ਉਹਨਾਂ ਨੂੰ ਅਸਲ ਦੋਸ਼ੀਆਂ ਨੂੰ ਬਚਾਇਆ। ਇਸ ਇਕੱਠ ਦੀ ਕਾਰਵਾਈ ਜਿਹੜੀ ਹੋਈ ਉਹਦੇ ਵਿੱਚ ਲੰਬੀ ਪੁਲਿਸ ਨੇ ਕਾਰਵਾਈ ਕੀਤੀ ਤਲਵੰਡੀ ਸਾਬੋ ਤੋਂ ਆਪ ਵਿਧਾਇਕਾ ਬਲਜਿੰਦਰ ਕੌਰ ਦੇ ਖਿਲਾਫ, ਬਰਨਾਲਾ ਦੇ ਵਿਧਾਇਕ ਮੀਤ ਹੇਅਰ ਦੇ ਖਿਲਾਫ, ਕੋਟਕਪੂਰਾ ਦੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਮਾ ਉਹਨਾਂ ਦੇ ਖਿਲਾਫ। ਇਹਨਾਂ ਤੋਂ ਇਲਾਵਾ 100 ਤੋਂ 150 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਵੀ ਮੁਕੱਦਮਾ ਦਰਜ ਕੀਤਾ ਗਿਆ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਧਰਨਾ ਲਾ ਕੇ ਬੈਠੇ ਕਿ ਬਾਦਲ ਪਿੰਡ ਦੇ ਵਿੱਚੋਂ ਸ਼ਰਾਬ ਵੀ ਫੜੀ ਗਈ ਤੇ ਫੈਕਟਰੀ ਵੀ ਫੜੀ ਗਈ, ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰੀ ਇਲਜ਼ਾਮ ਨਹੀਂ ਲੱਗੇ। ਜਿਹੜੀਆਂ ਪੇਸ਼ੀਆਂ ਦਿੱਲੀ ਵਿੱਚ ਹੋਈਆਂ ਨੇ ਕਾਂਗਰਸੀਆਂ ਦੀਆਂ, ਵਿਧਾਇਕਾਂ ਦੀਆਂ, ਮੰਤਰੀਆਂ ਦੀਆਂ, ਸੰਸਦਾਂ ਦੀਆਂ, ਉਹਨਾਂ ਨੇ ਵੀ 3 ਮੈਂਬਰੀ ਕਮੇਟੀ ਸਾਹਮਣੇ ਇਲਜ਼ਾਮ ਲਾਏ ਨੇ ਕਿ ਕੈਪਟਨ ਤੇ ਬਾਦਲ ਮਿਲ ਕੇ ਖੇਡ ਰਹੇ ਨੇ। ਪਰ ਮੈਂ ਪੁੱਛਣਾ ਚਾਹੁੰਦਾ ਹਾਂ, ਤੁਹਾਨੂੰ ਯਾਦ ਹੋਣਾ ਹੈ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਈਆਂ, ਉਹਦੇ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬਠਿੰਡੇ ਜਾਂਦੇ ਆ। ਇੱਕ ਪੈਲਸ ਦੇ ਵਿੱਚ ਵੱਡਾ ਇਕੱਠ ਕਰੀ ਬੈਠੇ ਸੀ ਕਿ ਮਨਪ੍ਰੀਤ ਬਾਦਲ ਦੇ ਖਿਲਾਫ ਮੁਕੱਦਮਾ ਦਰਜ ਹੋਇਆ। ਸਥਾਨਕ ਚੋਣਾਂ ਦੇ ਦੌਰਾਨ ਹੀ ਭਾਰਤ ਭੂਸ਼ਣ ਆਸ਼ੂ ਮੋਗੇ ਦੇ ਵਿੱਚ ਪਹੁੰਚੇ, ਸਹੁੰ ਚੁਕਾ ਰਹੇ ਸੀ ਕਿ ਉਹਨਾਂ ਤੇ ਮੁਕੱਦਮਾ ਦਰਜ ਹੋਇਆ। ਇਸੇ ਤਰ੍ਹਾਂ ਵਿਜੇ ਇੰਦਰ ਸਿੰਗਲਾ ਜਿਹੜੇ ਸਿੱਖਿਆ ਮੰਤਰੀ ਨੇ, ਸੰਗਰੂਰ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਸਹੁੰ ਚੁੱਕ ਸਮਾਗਮ ਕਰਵਾ ਰਹੇ ਸੀ। 10 ਬੰਦਿਆਂ ਦੇ ਵੱਧ ਇਕੱਠ ਤੇ ਪਾਬੰਦੀ ਸੀ ਤੇ ਉਹ ਤਾਂ ਕਈ ਦਰਜਨਾਂ ਬੰਦੇ ਇਕੱਠੇ ਕਰੀ ਖੜੇ ਸੀ, ਮਾਸਕ ਕਿਸੇ ਤੇ ਨਹੀਂ ਸੀ ਲੱਗਾ। ਕੀ ਵਿਜੇ ਇੰਦਰ ਸਿੰਗਲਾ ਤੇ ਮੁਕੱਦਮਾ ਦਰਜ ਹੋਇਆ? ਬੀਤੇ ਦਿਨੀ ਸਾਧੂ ਸਿੰਘ ਧਰਮਸੋਤ ਇੱਕ ਵਿਆਹ ਦੇ ਵਿੱਚ ਗਿਆ। 10 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਸੀ ਹੋ ਸਕਦੇ। ਉਹ ਆਪਣੇ ਨਾਲ ਆਲੇ ਦੁਆਲੇ ਬੰਦੇ ਹੋਰ ਕਿੰਨੇ ਲਈ ਬੈਠਾ ਸੀ ਤੇ ਨਾਲ ਮੂੰਹ ਤੇ ਮਾਸਕ ਵੀ ਨਹੀਂ ਸੀ ਪਾਇਆ ਹੋਇਆ। ਤੇ ਜਦੋਂ ਪੱਤਰਕਾਰ ਨੇ ਸਵਾਲ ਪੁੱਛ ਲਿਆ, ਕਹਿੰਦਾ ਯਾਰ ਜੇ ਕਿਸੇ ਦੀ ਖੁਸ਼ੀ 'ਚ 4 ਬੰਦੇ ਆ ਗਏ ਤੇ ਦਰਦ ਕਿਹੜੀ ਗੱਲ ਦਾ? ਦਰਦ ਇਸ ਗੱਲ ਦਾ ਹੈ
कि जे आप विधायक जाके धरना लाउंदे आ, कोविड गाइडलाइनस ਦੀਆਂ उलंघना ਧੱਜੀਆਂ उड़ा ਦਿੱਤੀਆਂ, मुकदमा दर्ज। ठीक है, इन्होंने ਧੱਜੀਆਂ उड़ाइयां ने, मुकदमा बनता है, पर की साधु सिंह धर्मसोत ते, भारत भूषण आशू ते, मनप्रीत बादल ते, विजय इंदर सिंगला ते होर कई मिनिस्टर ਜਿਹੜੇ ਸ਼ਰੇਆਮ ਇਹਨਾਂ गाइडलाइनस की उलंघना करते, जिन्हां दे वीडियो नशर होए ने, कि उन्हां ते मुकदमा नहीं बनता। की गल, सरकार वास्ते कानून होर ने, ये आम जनता वास्ते कानून होर ने, विरोधियों वास्ते कानून होर ने। इत्थों पता लगता है कि भाई कानून एक है, पर इंप्लीमेंट वक्खो वक्खरे तरीके नाल, मर्जी नाल कीता जांदा है। ते अगली ते आखिरी खबर तुहाडे नाल सांझी करते हैं। दिल्ली मोर्चा चल रहा है, 5 जून का दिन लंघ के हटिया। समुचे भारत दे विचों, हरियाणा ते पंजाब दे विचों वड्डे पैमाने ते केंद्र दे तिन्ने खेती कानूनां दे खिलाफ रोस प्रदर्शन जिस तरह दिल्ली दीआं सरहदां दे आले दुआले चल रहा है। संयुक्त किसान मोर्चा दे सद्दे ते भारतीय जनता पार्टी के नेतावां दे घरां दा घेराव भी किया गया। उन्हां दे घरां दे बाहर, दफ्तरां दे बाहर इस आर्डीनेंस कानून दीआं कापियां भी साड़ियां गईयां ने। ते इसे तरीके नाल हरियाणे वाले पासों भी खबरां मिल रही ने। ते नाल ही खबर आ बड़ी अणहोणी जी है कि एक कानूनां दा विरोध कर रहे हैं। दिल्ली दीआं सरहदां ते किसान मोर्चा लाई बैठे है। बहुत सारे किसान अपनियां जानां कुर्बान कर चुके हैं। ते आ खबर भी उस तरह की है। दिल्ली मोर्चे तो परते सन पिंड डगरू के एक किसान, अचानक उन्हां दी मौत हो गई है। इस संबंधी जानकारी दिंदियां होइयां पंच सतपाल सिंह सत्ता ने दस्सिया कि मुख्तियार सिंह जौल साडे पिंड डगरू तो वो कहते सब तो पहला ट्राली ते चढ़ के दिल्ली पहुंचे सी। उन्होंने दस्सिया कि मुख्तियार सिंह नूं लगभग एक हफ्ता पिंड आया होया सी। कारण यह सी कि दिल्ली दे विच मोर्चे ते बीमार होए, जिस करके वो वापस पिंड परते सी। पर अचनचेत हुण उन्हां दी मौत हो गई है। आगूआं ने मंग कीती है पंजाब सरकार तो कि किसान परिवार नूं बनदा मुआवजा राशि दित्ती जावे अते परिवार दे एक जी नूं सरकारी नौकरी भी दित्ती जावे। सो दोस्तों, ये सी अज दा प्रोग्राम। उम्मीद कर रहे हैं कि तुहानूं चंगा लग्या होएगा। इहदे तो पहलां कि प्रोग्राम की समाप्ति करां, एक बारी फिर अज 365वीं किश्त दे उत्ते तुहाडा सबना दा तहे दिलों धन्नवाद करदा है। ते नाल बेनती करदा कि जेकर प्रोग्राम चंगा लग्या लाइक भी कर देना ते शेयर करने की भी किरपालता करनी। ते नाल ही जेकर हाले तक तुसीं अपने इस चैनल नूं सबसक्राइब नहीं कीता तां सबसक्राइब करके नोटिफिकेशन वाली घंटी भी जरूर ऑन कर लैनी। तुहाडा दिलों धन्नवादी होवांगा। हुण समां समाप्त है। जाण तो पहलां कहांगा, जिंदगी जिंदा दिली दा नाम है। दविंदर सिंह बैनीपाल नूं आग्या दिओ। सत श्री अकाल, तेरा बरखा।